morning students, welcome to Punjabi class of plus 2. Dear students, ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਵਿਤਾ ਲੂਣਾ, ਜੋ ਕਿ ISC ਬੋਰਡ ਦੁਆਰਾ ਨਿਰਧਾਰਿਤ ਪੁਸਤਕ ਕਾਵ ਕਿਆਰੀ ਦੇ ਸਫਾ 35 ਉੱਪਰ ਇਛਰਾਂ ਦੇ ਉਪ ਸਿਰਲੇਖ ਹੇਠ ਦਰਜ ਹੈ। ਇਹ ਕਵਿਤਾ ਪੰਜਾਬੀ ਸਾਹਿਤ ਵਿੱਚ ਬਿਰਹਾ ਦੇ ਸੁਲਤਾਨ ਵਜੋਂ ਜਾਣੇ ਜਾਂਦੇ ਕਵੀ ਸ਼ਿਵ ਕੁਮਾਰ ਬਟਾਲਵੀ ਜੀ ਦੀ ਕਲਮ ਦੀ ਸ਼ਾਹਕਾਰ ਰਚਨਾ ਹੈ। ਸਟੂਡੈਂਟਸ, ਕਵਿਤਾ ਬਾਰੇ ਚਰਚਾ ਕਰਨ ਤੋਂ ਪਹਿਲਾਂ ਅਸੀਂ ਇਸ ਕਵਿਤਾ ਦੇ ਕਵੀ ਸ਼ਿਵ ਕੁਮਾਰ ਬਟਾਲਵੀ ਜੀ ਬਾਰੇ ਸੰਖੇਪ ਵਿੱਚ ਜਾਣਕਾਰੀ ਹਾਸਲ ਕਰਾਂਗੇ। ਸਟੂਡੈਂਟਸ, ਸ਼ਿਵ ਕੁਮਾਰ ਦਾ ਜੀਵਨ ਕਾਲ 1937 ਤੋਂ ਲੈ ਕੇ 1973 ਈਸਵੀ ਤੱਕ ਹੈ। ਸ਼ਿਵ ਕੁਮਾਰ ਨੂੰ ਬਿਰਹਾ ਦਾ ਕਵੀ ਹੋਣ ਦਾ ਮਾਣ ਬਖਸ਼ਿਆ ਗਿਆ ਹੈ। ਆਪ ਦਾ ਜਨਮ 1937 ਈਸਵੀ ਨੂੰ ਪਿੰਡ ਲੋਹਟੀਆਂ, ਜ਼ਿਲ੍ਹਾ ਗੁਰਦਾਸਪੁਰ ਵਿੱਚ ਸ੍ਰੀ ਕ੍ਰਿਸ਼ਨ ਗੋਪਾਲ ਦੇ ਘਰ ਹੋਇਆ। ਉਸਨੇ ਦਰਦ ਤੇ ਵਿਛੋੜੇ ਦੇ ਕਈ ਗੀਤ ਲਿਖੇ। ਬਿਰਹਾ ਤੇ ਪੀੜਾਂ ਦੇ ਗੀਤ ਗਾਉਂਦਾ ਸ਼ਿਵ 1973 ਈਸਵੀ ਵਿੱਚ ਜੋਬਨ ਰੁੱਤੇ ਹੀ ਸਾਨੂੰ ਸਦਾ ਲਈ ਵਿਛੋੜਾ ਦੇ ਗਿਆ। ਸ਼ਿਵ ਦੀ ਕਵਿਤਾ ਦਰਦ, ਵਿਛੋੜੇ, ਗਮ ਤੇ ਪੀੜ ਨਾਲ ਭਿੱਜੀ ਹੋਈ ਹੈ। ਉਸ ਦੀ ਕਵਿਤਾ ਵਿੱਚ ਠੇਠ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਉਸਨੇ ਪੰਜਾਬੀ ਕਵਿਤਾ ਨੂੰ ਸੱਜਰੇ ਅਲੰਕਾਰ ਬਿੰਬ ਤਾਂ ਦਿੱਤੇ ਹੀ ਹਨ, ਨਾਲ ਹੀ ਨਿੱਕੀ ਵੱਡੀ ਕਵਿਤਾ, ਗੀਤ ਤੇ ਗਜ਼ਲ ਵੀ ਦਿੱਤੇ ਹਨ। ਸ਼ਿਵ ਕੁਮਾਰ ਬਟਾਲਵੀ ਨੇ ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਬਿਰਹਾ ਤੂੰ ਸੁਲਤਾਨ, ਲੂਣਾ, ਮੈਂ ਤੇ ਮੈਂ ਆਦਿ ਕਾਵ ਪੁਸਤਕਾਂ ਲਿਖੀਆਂ। ਲੂਣਾ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਇੱਕ ਪ੍ਰਸਿੱਧ ਰਚਨਾ ਹੈ। ਇਸ ਪਾਠ ਪੁਸਤਕ ਵਿੱਚ ਆਪ ਦੀ ਲਿਖੀ ਲੰਮੀ ਕਵਿਤਾ ਲੂਣਾ ਵਿੱਚੋਂ ਇਛਰਾ ਸਿਰਲੇਖ ਹੇਠ ਦਿੱਤੀ ਕਵਿਤਾ ਲਈ ਗਈ ਹੈ। ਇਸ ਵਿੱਚ ਰਾਣੀ ਇਛਰਾ ਆਪਣੇ ਮਹਿਲ ਵਿੱਚ ਬੈਠੀ ਰਾਜਾ ਸਲਵਾਨ ਦੇ ਦੂਜੇ ਵਿਆਹ ਦੀ ਖਬਰ ਸੁਣ ਕੇ ਆਪਣੀ ਗੋਲੀ ਨਾਲ ਰੁਦਨ ਕਰ ਰਹੀ ਹੈ ਕਿ ਔਰਤ ਦੀ ਇਸ ਸਮਾਜ ਵਿੱਚ ਸਥਿਤੀ ਬੜੀ ਦੁਖਦਾਇਕ ਹੈ। ਵਿਦਿਆਰਥੀਓ, ਸ਼ਿਵ ਕੁਮਾਰ ਬਾਰੇ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਹੁਣ ਅਸੀਂ ਕਵਿਤਾ ਲੂਣਾ, ਜੋ ਕਿ ਤੁਹਾਡੀ ਪਾਠ ਪੁਸਤਕ ਕਾਵ ਕਿਆਰੀ ਵਿੱਚ ਇਛਰਾਂ ਦੇ ਸਿਰਲੇਖ ਹੇਠ ਦਰਜ ਹੈ, ਦੇ ਸਾਰ ਉੱਪਰ ਸੰਖੇਪ ਵਿੱਚ ਚਰਚਾ ਕਰਾਂਗੇ। ਪਰ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਕਵਿਤਾ ਨਾਲ ਸੰਬੰਧਿਤ ਮਹੱਤਵਪੂਰਨ ਪਾਤਰਾਂ ਦੇ ਰੂਬਰੂ ਕਰਨਾ ਚਾਹੁੰਦੀ ਹਾਂ। ਇਸ ਕਵਿਤਾ ਦਾ ਮਹੱਤਵਪੂਰਨ ਪਾਤਰ ਹੈ ਸਿਆਲਕੋਟ ਦਾ ਰਾਜਾ ਸਲਵਾਨ। ਦੂਸਰਾ ਪਾਤਰ ਹੈ ਰਾਜੇ ਸਲਵਾਨ ਦੀ ਪਹਿਲੀ ਪਤਨੀ ਰਾਣੀ ਇਛਰਾ। ਇਸ ਤੋਂ ਅਗਲਾ ਪਾਤਰ ਹੈ ਰਾਜੇ ਸਲਵਾਨ ਦੀ ਦੂਸਰੀ ਪਤਨੀ ਲੂਣਾ ਤੇ ਨੈਕਸਟ ਪਾਤਰ ਹੈ ਰਾਜੇ ਸਲਵਾਨ ਤੇ ਰਾਣੀ ਇਛਰਾ ਦਾ ਪੁੱਤਰ ਪੂਰਨ ਤੇ ਆਖਰੀ ਪਾਤਰ ਹੈ ਰਾਣੀ ਇਛਰਾ ਦੀ ਗੋਲੀ, ਭਾਵ ਕਿ ਉਸ ਦੀ ਦਾਸੀ। ਸਟੂਡੈਂਟਸ, ਹੁਣ ਅਸੀਂ ਕਵਿਤਾ ਲੂਣਾ, ਜੋ ਕਿ ਕਾਵ ਕਿਆਰੀ ਪੁਸਤਕ ਵਿੱਚ ਇਛਰਾਂ ਦੇ ਉਪ ਸਿਰਲੇਖ ਹੇਠ ਦਰਜ ਹੈ, ਦੇ ਸਾਰ ਉੱਪਰ ਸੰਖੇਪ ਵਿੱਚ ਚਰਚਾ ਕਰਾਂਗੇ। ਅਸਲ ਵਿੱਚ ਲੂਣਾ ਸ਼ਿਵ ਕੁਮਾਰ ਬਟਾਲਵੀ ਦਾ ਮਹਾਕਾਵ ਨਾਟਕ ਹੈ। ਇਹ ਇੱਕ ਅਜਿਹੀ ਲੰਮੀ ਕਵਿਤਾ ਹੈ ਜਿਸ ਵਿੱਚ ਕਵੀ ਨੇ ਸਿਆਲਕੋਟ ਦੇ ਰਾਜੇ ਸਲਵਾਨ, ਉਸ ਦੀ ਰਾਣੀ ਇਛਰਾ, ਪੁੱਤਰ ਪੂਰਨ ਅਤੇ ਦੂਸਰੀ ਪਤਨੀ ਲੂਣਾ ਦੀ ਕਹਾਣੀ ਨੂੰ ਕਾਵ ਰੂਪ ਵਿੱਚ ਬਿਆਨ ਕੀਤਾ ਹੈ। ਇਸ ਪਾਠ ਪੁਸਤਕ ਵਿੱਚ ਆਪ ਦੀ ਲਿਖੀ ਲੰਮੀ ਕਵਿਤਾ ਲੂਣਾ ਵਿੱਚੋਂ ਇਛਰਾਂ ਦੇ ਸਿਰਲੇਖ ਹੇਠ ਦਿੱਤੀ ਕਵਿਤਾ ਲਈ ਗਈ ਹੈ।
ਕਵਿਤਾ ਦੇ ਇਸ ਭਾਗ ਵਿੱਚ ਰਾਣੀ ਇੱਛਰਾਂ ਆਪਣੇ ਮਹਿਲ ਵਿੱਚ ਬੈਠੀ ਰਾਜਾ ਸਲਵਾਨ ਦੇ ਲੂਣਾ ਨਾਮ ਦੀ ਚਮਿਆਰੀ ਨਾਲ ਹੋਏ ਦੂਜੇ ਵਿਆਹ ਦੀ ਖਬਰ ਸੁਣ ਕੇ ਆਪਣੀ ਗੋਲੀ ਨਾਲ ਰੁਦਨ ਕਰ ਰਹੀ ਹੈ ਕਿ ਔਰਤ ਦੀ ਇਸ ਸਮਾਜ ਵਿੱਚ ਸਥਿਤੀ ਬੜੀ ਹੀ ਨਿੱਘਰੀ ਅਤੇ ਤਰਸਯੋਗ ਹੈ। ਅਸਲ ਵਿੱਚ ਜਦੋਂ ਰਾਜੇ ਸਲਵਾਨ ਦੀ ਰਾਣੀ ਇੱਛਰਾਂ ਨੂੰ ਪ੍ਰਤੱਖ ਹੁੰਦਾ ਹੈ ਕਿ ਰਾਜੇ ਸਲਵਾਨ ਨੇ ਚੰਬੇ ਰਿਆਸਤ ਦੇ ਇੱਕ ਸ਼ੂਦਰ ਪੀਪੇ ਭਗਤ ਦੀ ਧੀ ਲੂਣਾ ਨਾਲ ਦੂਜਾ ਵਿਆਹ ਕਰਵਾ ਲਿਆ ਹੈ ਤਾਂ ਉਸ ਦਾ ਹਿਰਦਾ ਵਲੂੰਦਰਿਆ ਜਾਂਦਾ ਹੈ। ਉਹ ਆਪਣੇ ਮਨ ਦੀ ਵੇਦਨਾ ਨੂੰ ਆਪਣੀ ਗੋਲੀ ਨਾਲ ਸਾਂਝਿਆਂ ਕਰਦਿਆਂ ਬਿਆਨ ਕਰਦੀ ਹੈ ਕਿ ਇਸ ਸਮਾਜ ਵਿੱਚ ਔਰਤ ਦੀ ਹਾਲਤ ਬਹੁਤ ਹੀ ਦੁਖਦਾਇਕ ਹੈ। ਜਿਸ ਤਰ੍ਹਾਂ ਦੇਵ ਲੋਕ ਵਿੱਚ ਇੰਦਰ ਦੇ ਦਰਬਾਰ ਵਿੱਚ ਸਰਮਾ ਨਾਂ ਦੀ ਦੇਵੀ ਕੁੱਤੀ ਆਪਣੇ ਮਾਲਕ ਇੰਦਰ ਦੇਵਤਾ ਦਾ ਟੁੱਕਰ ਭਾਵ ਭੋਜਨ ਖਾਂਦੀ ਹੈ ਤੇ ਇਸ ਭੋਜਨ ਦੇ ਬਦਲੇ ਉਹ ਇੰਦਰ ਰੂਪੀ ਆਪਣੇ ਮਾਲਕ ਨਾਲ ਵਫਾਦਾਰੀ ਕਰਦੀ ਹੈ। ਉਸੇ ਤਰ੍ਹਾਂ ਇਸ ਧਰਤ ਲੋਕ ਵਿੱਚ ਔਰਤ ਦੀ ਹੈਸੀਅਤ ਸਰਮਾ ਰੂਪੀ ਦੇਵੀ ਕੁੱਤੀ ਵਾਂਗ ਹੀ ਨਿਗਰੀ ਹੋਈ ਹੈ। ਇਸ ਸਮਾਜ ਵਿੱਚ ਔਰਤ ਸਰਮਾ ਵਾਂਗ ਹੀ ਆਪਣੇ ਪਤੀ ਰੂਪੀ ਮਾਲਕ ਦੇ ਦਰ ਤੋਂ ਟੁੱਕ ਖਾਂਦੀ ਹੈ ਤੇ ਇਸ ਦੇ ਬਦਲੇ ਸਾਰੀ ਉਮਰ ਉਸ ਨਾਲ ਵਫਾ ਨਿਭਾਉਂਦੀ ਹੈ ਤੇ ਉਸ ਨੂੰ ਅਸੀਸਾਂ ਦਿੰਦੀ ਹੈ ਤੇ ਉਸ ਦੀ ਸਲਾਮਤੀ ਲਈ ਖੈਰਾਂ ਮੰਗਦੀ ਹੈ ਤੇ ਪਤੀ ਦੁਆਰਾ ਠੁਕਰਾਏ ਜਾਣ ਤੇ ਦੁਰਕਾਰੇ ਜਾਣ ਤੇ ਵੀ ਉਸ ਦਾ ਦਰ ਛੱਡ ਕੇ ਨਹੀਂ ਜਾਂਦੀ, ਬਲਕਿ ਪਤੀ ਰੂਪੀ ਕੰਧ ਦੀ ਛਾਵੇਂ ਆਪਣੀ ਸਾਰੀ ਉਮਰ ਗੁਜ਼ਾਰ ਜਾਂ ਬਤੀਤ ਕਰ ਛੱਡਦੀ ਹੈ। ਪਰ ਇਸ ਦੇ ਉਲਟ ਮਰਦ ਦੁਆਰਾ ਔਰਤ ਨੂੰ ਜੁੱਤੀ ਦਾ ਦਰਜਾ ਦਿੱਤਾ ਜਾਂਦਾ ਹੈ। ਜੋ ਔਰਤ ਮਰਦ ਰੂਪੀ ਆਪਣੇ ਮਾਲਕ ਦੇ ਮਨ ਨੂੰ ਭਾ ਜਾਂਦੀ ਹੈ ਉਹ ਉਸ ਦੇ ਦਿਲ ਤੇ ਰਾਣੀ ਬਣ ਕੇ ਰਾਜ ਕਰਦੀ ਹੈ, ਪਰ ਜੋ ਉਸ ਦੇ ਮਨ ਨੂੰ ਨਹੀਂ ਪਾਉਂਦੀ ਉਸ ਦੀ ਹਾਲਤ ਪੈਰਾਂ ਵਿੱਚ ਮੇਚ ਨਾ ਆਉਣ ਵਾਲੀ ਜੁੱਤੀ ਵਾਂਗ ਹੋ ਜਾਂਦੀ ਹੈ। ਉਹ ਸਾਰੀ ਉਮਰ ਆਪਣੇ ਮਾਲਕ ਦੇ ਦਰ ਤੇ ਗੋਲੀ ਬਣ ਕੇ ਰਹਿ ਜਾਂਦੀ ਹੈ। ਰਾਣੀ ਇੱਛਰਾਂ ਆਪਣੀ ਗੋਲੀ ਨਾਲ ਆਪਣਾ ਦੁੱਖ ਦਰਦ ਸਾਂਝਾ ਕਰਦੀ ਹੋਈ ਕਹਿੰਦੀ ਹੈ ਕਿ ਜੇ ਉਸ ਦੀ ਕੁੱਖ ਹਰੀ ਨਾ ਹੋਈ ਹੁੰਦੀ, ਉਸਨੇ ਰਾਜੇ ਸਲਵਾਨ ਦੀ ਪੁੱਤਰ ਦੀ ਇੱਛਾ ਪੂਰੀ ਨਾ ਕੀਤੀ ਹੁੰਦੀ ਤਾਂ ਇਸ ਸਥਿਤੀ ਵਿੱਚ ਜੇਕਰ ਉਹ ਦੂਜਾ ਵਿਆਹ ਕਰਵਾ ਕੇ ਉਸ ਦੀ ਸੌਂਕਣ ਲਿਆਉਂਦਾ ਤਾਂ ਉਸ ਦੇ ਮਨ ਵਿੱਚ ਰਾਜੇ ਸਲਵਾਨ ਪ੍ਰਤੀ ਰਤਾ ਹਿਰਖ ਜਾਂ ਗਿਲਾ ਨਹੀਂ ਹੋਣਾ ਸੀ। ਰਾਣੀ ਇੱਛਰਾਂ ਗੋਲੀ ਨੂੰ ਦੁਖੀ ਲਹਿਜ਼ੇ ਵਿੱਚ ਸੰਬੋਧਿਤ ਕਰਦੀ ਕਹਿੰਦੀ ਹੈ ਕਿ ਉਸਨੇ ਤਾਂ ਪੂਰਨ ਰੂਪੀ ਚੰਨ ਨੂੰ ਜਨਮ ਦੇ ਕੇ ਰਾਜੇ ਸਲਵਾਨ ਦੇ ਵਿਹੜੇ ਨੂੰ ਰੁਸ਼ਨਾਇਆ ਹੈ, ਪਰ ਇਸ ਪੁੱਤਰ ਰੂਪੀ ਚੰਨ ਦੇ ਹੁੰਦਿਆਂ ਵੀ ਰਾਜੇ ਸਲਵਾਨ ਨੇ ਲੂਣਾ ਵਰਗੀ ਚੱਠ ਨੂੰ ਵਿਆਹ ਕੇ ਇੱਛਰਾਂ ਦੁਆਰਾ ਪੁੱਤਰ ਦੇ ਜਣੇਪੇ ਵੇਲੇ ਸਹੀਆਂ ਪੀੜਾਂ ਦਾ ਮੁੱਲ ਨਹੀਂ ਮੋੜਿਆ, ਬਲਕਿ ਉਸ ਦੀ ਬੇਕਦਰੀ ਕੀਤੀ ਹੈ। ਰਾਣੀ ਇੱਛਰਾਂ ਆਪਣੀ ਗੋਲੀ ਨਾਲ ਦੁੱਖ ਫੋਲਦੀ ਹੈ ਕਿ ਉਸ ਨੂੰ ਰੱਬ ਵੱਲੋਂ ਦੂਹਰੀ ਮਾਰ ਪਈ ਹੈ। ਪਹਿਲਾਂ ਉਸ ਦੇ ਪੁੱਤਰ ਪੂਰਨ ਨੂੰ ਜੰਮਦਿਆਂ ਹੀ ਭੂਰੇ ਵਿੱਚ ਸੁੱਟ ਦਿੱਤਾ ਗਿਆ ਤੇ ਹੁਣ ਲੂਣਾ ਵਰਗੀ ਚਮਿਆਰੀ ਨਾਲ ਦੂਜਾ ਵਿਆਹ ਕਰਾਉਣ ਕਾਰਨ ਉਸ ਦੇ ਹੱਥੋਂ ਉਸ ਦਾ ਪਤੀ ਵੀ ਖੁੱਸ ਗਿਆ ਹੈ। ਉਸ ਨੂੰ ਇੰਜ ਲੱਗਦਾ ਹੈ ਕਿ ਉਸ ਦੀ ਕਿਸਮਤ ਉਸ ਦੇ ਮੱਥੇ ਤੋਂ ਖੰਭ ਲਾ ਕੇ ਉੱਡ ਗਈ ਹੈ। ਉਸ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕਿਹੜੇ ਪਾਸੇ ਜਾਵੇ ਤੇ ਕਿਸ ਨਾਲ ਆਪਣਾ ਦੁੱਖ ਸਾਂਝਾ ਕਰੇ। ਉਸ ਨੂੰ ਆਪਣੇ ਇਸ ਦੁੱਖ ਦਾ, ਇਸ ਦਰਦ ਦਾ ਕੋਈ ਵੀ ਹੱਲ ਸਮਝ ਨਹੀਂ ਆ ਰਿਹਾ ਹੈ। ਰਾਣੀ ਇੱਛਰਾਂ ਆਪਣੇ ਮਨ ਦੀ ਉਲਝਣ ਨੂੰ ਬਿਆਨ ਕਰਦੀ ਹੋਈ ਕਹਿੰਦੀ ਹੈ ਕਿ ਉਹ ਆਪਣੇ ਪੁੱਤਰ ਪੂਰਨ ਨੂੰ ਭੋਰੇ ਵਿੱਚ ਛੱਡ ਕੇ ਆਪਣੇ ਪੇਕੇ ਵੀ ਨਹੀਂ ਜਾ ਸਕਦੀ। ਇਹ ਗੱਲ ਵੀ ਉਸ ਨੂੰ ਮੁਨਾਸਬ ਨਹੀਂ ਜਾਪਦੀ। ਫਿਰ ਇੱਛਰਾਂ
ਧੀਆਂ ਦੀ ਲਾਚਾਰੀ ਬਿਆਨ ਕਰਦੀ ਹੈ ਕਿ ਜਦ ਇੱਕ ਵਾਰ ਧੀਆਂ ਨੂੰ ਵਿਆਹ ਕੇ ਪੇਕਿਆਂ ਘਰੋਂ ਸਹੁਰੇ ਘਰ ਤੋਰ ਦਿੱਤਾ ਜਾਂਦਾ ਹੈ ਤਾਂ ਫਿਰ ਧੀਆਂ ਦਾ ਆਪਣੇ ਮਾਪਿਆਂ ਪੇਕਿਆਂ ਉੱਤੋਂ ਮਾਣ ਮੁੱਕ ਜਾਂਦਾ ਹੈ। ਇੱਕ ਵਾਰ ਵਿਆਹੀ ਧੀ ਮਾਪੇ ਮੁੜ ਪੇਕੇ ਵਾਪਸ ਨਹੀਂ ਲਿਆਉਂਦੇ, ਕਿਉਂਕਿ ਜੇਕਰ ਮਾਪੇ ਆਪਣੀ ਧੀ ਨੂੰ ਆਪਣੇ ਘਰ ਵਾਪਸ ਲੈ ਕੇ ਜਾਣ ਤਾਂ ਧੀਆਂ ਦੇ ਮਾਪਿਆਂ ਨੂੰ ਸਮਾਜ ਵਿੱਚ ਚਾਰੇ ਪਾਸੇ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ, ਭਾਵ ਕਿ ਉਹਨਾਂ ਦੀ ਹਰ ਪਾਸੇ ਬਦਨਾਮੀ ਹੁੰਦੀ ਹੈ। ਅੰਤ ਵਿੱਚ ਰਾਣੀ ਇੱਛਰਾਂ ਆਪਣੀ ਬੇਵੱਸੀ ਤੇ ਮਨ ਦੇ ਤੌਖਲੇ ਨੂੰ ਗੋਲੀ ਨਾਲ ਸਾਂਝਾ ਕਰਦੀ ਹੈ ਕਿ ਜੇਕਰ ਉਹ ਪੇਕੇ ਮੁੜੇਗੀ ਤਾਂ ਉਸ ਨੂੰ ਇਸ ਜੱਗ, ਇਸ ਸੰਸਾਰ ਤੋਂ ਪੈਣ ਵਾਲੀਆਂ ਲਾਹਨਤਾਂ ਦਾ ਵੀ ਡਰ ਹੈ। ਉਸ ਨੂੰ ਡਰ ਹੈ ਕਿ ਇਹ ਦੁਨੀਆ ਉਸ ਨੂੰ ਹੀ ਦੋਸ਼ੀ ਠਹਿਰਾਏਗੀ। ਉਹ ਆਪਣੇ ਆਪ ਨੂੰ ਕੋਸਦੀ ਹੈ ਕਿ ਉਹੀ ਕੁਚੱਜੀ ਹੈ ਜਿਸ ਨੂੰ ਨਾ ਪੁੱਤ ਸਾਂਭਣ ਦਾ ਵੱਲ ਆਇਆ ਤੇ ਨਾ ਹੀ ਉਹ ਪਤੀ ਨੂੰ ਜਿੱਤਣ ਦਾ ਵੱਲ ਸਿੱਖ ਸਕੀ ਹੈ। ਇਸ ਲਈ ਉਹ ਡਰਦੀ ਹੈ ਕਿ ਜੇਕਰ ਉਹ ਪੇਕੇ ਮੁੜਦੀ ਹੈ ਤਾਂ ਪਤਾ ਨਹੀਂ ਇਹ ਸੰਸਾਰ, ਇਹ ਸਮਾਜ ਉਸ ਨੂੰ ਕਿਵੇਂ ਦੁਰਕਾਰੇਗਾ ਤੇ ਉਸ ਨੂੰ ਕਿਹੋ ਜਿਹੀਆਂ ਲਾਹਨਤਾਂ ਪਾਵੇਗਾ। ਹਾਂਜੀ ਸਟੂਡੈਂਟਸ, ਹੁਣ ਮੈਂ ਤੁਹਾਡੇ ਸਾਹਮਣੇ ਕਵਿਤਾ ਰੀਡ ਕਰਾਂਗੀ। ਕਵਿਤਾ ਲੂਣਾ, ਇਸ ਦਾ ਉਪ ਸਿਰਲੇਖ ਹੈ ਇੱਛਰਾਂ। ਸਰਮਾ ਕੁੱਤੀ ਸੀ ਇੰਦਰ ਦੇ ਦਰਾਂ ਉੱਤੇ, ਅਸੀਂ ਮਰਦਾਂ ਦੇ ਦਰਾਂ ਤੇ ਕੁੱਤੀਆਂ ਹਾਂ। ਟੁੱਕਰ ਡੰਗ ਦਾ ਖਾ ਅਸੀਸ ਦੇਈਏ, ਛਾਵੇਂ ਕੰਧਾਂ ਦੀ ਧੁਰਾਂ ਤੋਂ ਸੁੱਤੀਆਂ ਹਾਂ। ਕੁਝ ਮੇਚ ਤੇ ਕੁਝ ਨਾ ਮੇਚ ਆਈਆਂ, ਅਸੀਂ ਮਰਦਾਂ ਦੇ ਪੈਰਾਂ 'ਚ ਜੁੱਤੀਆਂ ਹਾਂ। ਜੇ ਮੈਂ ਬਾਂਝ ਹੁੰਦੀ ਤਾਂ ਨਾ ਦੁੱਖ ਹੁੰਦਾ, ਉਹਦੇ ਵਿਹੜੇ ਮੈਂ ਚਾਨਣਾ ਰੋੜਿਆ ਨੀ। ਚੰਨ ਹੁੰਦਿਆਂ ਚੱਠ ਵਿਆਹ ਆਂਦੀ, ਮੇਰੀ ਪੀੜ ਦਾ ਮੁੱਲ ਨਾ ਮੋੜਿਆ ਨੀ। ਸਟੂਡੈਂਟਸ, ਹੁਣ ਅਸੀਂ ਜਿੱਥੋਂ ਤੱਕ ਕਵਿਤਾ ਰੀਡ ਕੀਤੀ ਹੈ ਉੱਥੋਂ ਤੱਕ ਅਸੀਂ ਔਖੇ ਸ਼ਬਦਾਂ ਦੇ ਅਰਥ ਡਿਸਕਸ ਕਰਾਂਗੇ। ਸਫਾ 35, ਪਹਿਲਾ ਸ਼ਬਦ ਹੈ ਸਰਮਾ। ਸਰਮਾ ਇੰਦਰ ਦੇਵਤਾ ਦੇ ਦਰਬਾਰ ਭਾਵ ਦੇਵ ਲੋਕ ਵਿੱਚ ਇੱਕ ਦੇਵੀ ਕੁੱਤੀ ਸੀ ਜਿਸ ਦਾ ਮਾਲਕ ਇੰਦਰ ਦੇਵਤਾ ਸੀ। ਦਰਾਂ ਉੱਤੇ, ਦਰਾਂ ਤੋਂ ਭਾਵ ਹੈ ਦਹਲੀਜ਼, ਦਰਵਾਜ਼ੇ ਉੱਤੇ, ਪਰ ਇੱਥੇ ਇੰਦਰ ਦੇ ਦਰ ਤੋਂ ਭਾਵ ਹੈ ਇੰਦਰ ਦੇ ਦਰਬਾਰ ਵਿੱਚ। ਟੁੱਕਰ ਤੋਂ ਭਾਵ ਹੈ ਰੋਟੀ। ਡੰਗ ਦਾ ਅਰਥ ਹੈ ਦਿਨ ਦਾ ਇੱਕ ਪਹਿਰ। ਹਾਂਜੀ, ਨੈਕਸਟ ਵਰਡ ਅਸੀਸ। ਅਸੀਸ ਤੋਂ ਭਾਵ ਹੈ ਆਸ਼ੀਰਵਾਦ। ਕੰਧਾਂ ਦੀ, ਕੰਧਾਂ ਤੋਂ ਭਾਵ ਸ਼ਾਬਦਿਕ ਤੌਰ ਤੇ ਕੰਧ ਦਾ ਅਰਥ ਦੀਵਾਰ ਹੈ, ਪਰ ਇੱਥੇ ਕਵਿਤਾ ਦੇ ਵਿੱਚ ਕੰਧ ਜੋ ਇੱਕ ਪ੍ਰਤੀਕ, ਇੱਕ ਬਿੰਬ ਜਾਂ ਅਲੰਕਾਰ ਵਰਤਿਆ ਗਿਆ ਹੈ ਪਤੀ ਦੇ ਲਈ। ਧੁਰਾਂ ਤੋਂ ਭਾਵ ਸਦੀਆਂ ਤੋਂ, ਮੁੱਢ ਤੋਂ, ਸ਼ੁਰੂ ਤੋਂ। ਸੁੱਤੀਆਂ ਹਾਂ, ਸੁੱਤੀਆਂ ਦਾ ਸ਼ਾਬਦਿਕ ਅਰਥ ਹੈ ਸੋਣਾ, ਪਰ ਕੰਧ ਦੇ ਅਨੁਸਾਰ ਜਾਂ ਕਵਿਤਾ ਦੇ ਅਨੁਸਾਰ ਇੱਥੇ ਸੁੱਤੀਆਂ ਦਾ ਅਰਥ ਹੈ ਆਸਰਾ ਲੈਣਾ ਜਾਂ ਸਹਾਰਾ ਲੈਣਾ। ਮੇਚ ਤੋਂ ਭਾਵ ਹੈ ਨਾਪ। ਪੈਰਾਂ 'ਚ, ਕਦਮਾਂ ਵਿੱਚ। ਬਾਂਝ, ਉਹ ਔਰਤ ਜੋ ਔਲਾਦ ਨੂੰ ਜਨਮ ਦੇਣ ਦੇ ਸਮਰੱਥ ਨਾ ਹੋਵੇ ਜਾਂ ਔਲਾਦ ਨੂੰ ਜਨਮ ਦੇਣ ਤੋਂ ਅਸਮਰੱਥ। ਦੁੱਖ, ਅਫਸੋਸ। ਚਾਨਣਾ ਰੋੜਿਆ ਨਹੀਂ, ਪੁੱਤਰ ਨੂੰ ਜਨਮ ਦਿੱਤਾ ਹੈ। ਨੈਕਸਟ ਵਰਡ ਹੈ ਚੱਠ। ਚੱਠ ਤੋਂ ਭਾਵ ਹੈ ਇੱਥੇ, ਚੱਠ ਸ਼ਬਦ ਇੱਥੇ ਲੂਣਾ ਲਈ ਵਰਤਿਆ ਗਿਆ ਹੈ ਜਿਸ ਦਾ ਸ਼ਾਬਦਿਕ ਅਰਥ ਹੁੰਦਾ ਹੈ ਕਿ ਪ੍ਰਵੇਸ਼ ਕਰਵਾਉਣਾ, ਪਰ ਇੱਥੇ ਚੱਠ ਸ਼ਬਦ ਵਰਤਿਆ ਗਿਆ ਹੈ ਲੂਣਾ ਦੇ ਚਰਿੱਤਰ ਲਈ। ਇੱਕ ਮਾੜੇ ਸ਼ਬਦ ਦੇ ਤੌਰ ਤੇ ਇਸ ਸ਼ਬਦ ਦਾ ਉਸ ਲਈ ਪ੍ਰਯੋਗ ਕੀਤਾ ਗਿਆ ਹੈ। ਮੁੱਲ ਨਾ ਮੋੜਨਾ ਭਾਵ ਕਿ ਕਦਰ ਨਾ ਕਰਨਾ। ਹਾਂਜੀ ਸਟੂਡੈਂਟਸ, ਔਖੇ ਸ਼ਬਦ ਡਿਸਕਸ ਕਰਨ ਤੋਂ ਬਾਅਦ ਹੁਣ ਅਸੀਂ ਇਸ ਕਵਿਤਾ ਦੀ ਸਫਾ 35 ਉੱਪਰ ਸਰਮਾ ਤੋਂ ਲੈ ਕੇ ਸਫਾ 36 ਉੱਪਰ ਮੁੱਲ ਨਾ ਮੋੜਿਆ ਨਹੀਂ ਤੱਕ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ। ਇਸ ਲਈ ਤੁਸੀਂ ਆਪਣੀਆਂ ਕਾਪੀਆਂ ਉੱਪਰ ਸਭ ਤੋਂ ਪਹਿਲਾਂ ਕਵਿਤਾ ਦਾ ਫਾਰਮੈਟ ਸੈੱਟ ਕਰਨਾ ਹੈ, ਜਿਵੇਂ ਕਿ ਕਵਿਤਾ ਲੂਣਾ, ਉਪ ਸਿਰਲੇਖ ਇੱਛਰਾਂ,
फिर तुसी कवि का नाम लिखोगे, कवि शिव कुमार बटालवी। नैक्सट तुसी कविता का संकेत लिखोगे, जिवें कि शर्मा तो लैके मुल ना मोड़िया नी तक। फिर प्रसंग ते व्याख्या का हैडिंग पाओगे एज यू कैन सी। ओके स्टूडेंट्स, हुण मैं दो सत्रा रीड करांगी ते उन्हां सत्रा की विस्तार सहित व्याख्या करांगी। हाँ जी, प्रसंग यह काव्य सत्रा साडी ISC बोर्ड द्वारा निर्धारित पुस्तक काव्य क्यारी विच दर्ज कविता लूणा, जिसका उप सिरलेख इच्छरा है, विचों लईआं गईआं हन। इस कविता के कवि शिव कुमार बटालवी जी हैं। इन्हां सत्तरां विच राणी इच्छरा अपने महल विच बैठी राजा सलवान दे दूजे विआह की खबर सुन के अपनी गोली नाल रुदन कर रही है कि औरत की इस समाज विच स्थिति बड़ी दुखदायक है। हाँ जी स्टूडेंट्स, प्रसंग नूं डिस्कस करन तो बाद हुण असीं इस कविता की संकेत तक विस्तार सहित व्याख्या करांगे। शर्मा कुत्ती सी इंਦਰ दे दरां उत्ते, असीं मर्दां दे दरां ते कुत्तियां हां। टुकर डंग दा खा असीस देइए, छावें कंधां दी धुरां तो सुत्तियां हां। स्टूडेंट्स, हुण इन्हां सत्तरां विच राणी इच्छरा जो कि अपने महल विच बैठी हुई है, जदों उसनूं ये प्रतੱਖ हुंदा है कि उसके पति राजे सलवान ने चंबे की रियासत दे एक शूदर पीपे भगत की धी लूणा नाल, जो कि जात की चमियारी सी, दूजा विआह करवा लिया है, तो उसका हिरदा बहुत ही पीड़ित ते दुखी हुंदा है। वो अपने पति रूपी मालक की इस वधीकी कारण समुची औरत जात की तुलना देवलोक दे राजे इंਦਰ दे दरबार की दैवी कुत्ती शर्मा, जिसनों मिथास अनुसार देवशुनी भी कहा जाता है, दे नाल करदी है ते प्रतੱਖ करदी है कि औरत की हालत बड़ी ही दर्दनाक ते तरस योग है। वो अपने मन की वेदना नूं अपनी गोली नाल सांझियां करदियां बयान करदी है कि इस समाज विच औरत की हालत उस शर्मा नां दी कुत्ती वांग है, जिस तरह देवलोक विच अपने मालक इंਦਰ देवता दे दरबार विच शर्मा नां दी ए देवशुनी भाव दैवी कुत्ती टुक्कर भाव की भोजन बदले राजे इंਦਰ ਜਾਂ देव इंਦਰ की वफादारी करती है, उसे तरह इस धरत लोक विच औरत की हैसियत शर्मा वांग निगरी हुई है। इस समाज विच औरत शर्मा वांग ही अपने पति रूपी मालक दे दर तो टुक खांदी है ते इस दे बदले सारी उम्र उस नाल वफा निभाउंदी है ते उसनूं असीसां दिंदी ते उसदी सलामती लई खैरां मंगदी है ते उस पति रूपी मालक द्वारा ठुकराए ते दुरकारे जाण ते भी उसदा दर छड्ड के नहीं जांदी, बल्कि पति रूपी कंध दी छावें अपनी सारी उम्र बतीत कर दिंदी है, क्योंकि धुरां तो युगां तो ही औरत नूं इस पति रूपी कंध दी सहारे जिंदगी जीउणी पई है। हाँ जी स्टूडेंट्स, हुण असीं अगलियां लाइन्स रीड करांगे। कुछ मेज ते कुछ ना मेज आईयां, असीं मर्दां दे पैरां 'च जुत्तियां हां। जे मैं बांझ हुंदी तां ना दुख हुंदा, ओहदे विहड़े में चानना रोहड़िया। हाँ जी स्टूडेंट्स, हुण इन्हां सत्तरां विच फिर राणी इच्छरा अपने मन के दुख नूं दर्द नूं अपनी गोली दे नाल साझा करदिआं होइआ कहंदी है कि बेशक औरत अपने पति रूपी मालक दे प्रति वफादारी निभाउंदी है, उसकी खैर ते सलामती लई दुआवां मंगदी है, पर इस सब दे बावजूद भी
ਔਰਤ ਨੂੰ ਮਰਦ ਇੱਕ ਜੁੱਤੀ ਤੋਂ ਵੱਧ ਕੁਝ ਵੀ ਨਹੀਂ ਸਮਝਦਾ। ਉਹ ਔਰਤ ਨੂੰ ਆਪਣੇ ਪੈਰ ਦੀ ਜੁੱਤੀ ਦਾ ਹੀ ਦਰਜਾ ਦਿੰਦਾ ਹੈ ਤੇ ਜੋ ਔਰਤ ਆਪਣੇ ਮਰਦ ਰੂਪੀ ਮਾਲਕ ਦੇ ਮਨ ਨੂੰ ਭਾ ਜਾਂਦੀ ਹੈ ਉਹ ਉਸ ਦੇ ਦਿਲ ਦੀ ਰਾਣੀ ਬਣ ਕੇ ਰਾਜ ਕਰਦੀ ਹੈ, ਪਰ ਜੋ ਉਸ ਦੇ ਮਨ ਨੂੰ ਨਹੀਂ ਪਾਉਂਦੀ ਉਸ ਦੀ ਹਾਲਤ ਪੈਰਾਂ ਵਿੱਚ ਮੇਚ ਨਾ ਆਉਣ ਵਾਲੀ ਜੁੱਤੀ ਵਾਂਗ ਹੋ ਜਾਂਦੀ ਹੈ। ਉਹ ਸਾਰੀ ਉਮਰ ਆਪਣੇ ਮਾਲਕ ਦੇ ਦਰ ਤੇ ਗੋਲੀ ਬਣ ਕੇ ਰਹਿ ਜਾਂਦੀ ਹੈ ਤੇ ਉਸ ਦੁਆਰਾ ਦੁਰਕਾਰੇ ਜਾਣ ਦਾ ਅਪਮਾਨ ਸਹਿੰਦੀ ਹੈ। ਜਿਵੇਂ ਬਾਂਝ ਹੁੰਦੀ ਤਾਂ ਨਾ ਦੁੱਖ ਹੁੰਦਾ, ਉਹਦੇ ਵਿਹੜੇ ਮੇ ਚਾਨਣਾ ਰੋੜਿਆ ਨੀ। ਹੁਣ ਇਹਨਾਂ ਸਤਰਾਂ ਵਿੱਚ ਰਾਣੀ ਇੱਛਰਾਂ ਆਪਣੇ ਮਨ ਦੇ ਡੂੰਘੇ ਦੁੱਖ ਨੂੰ ਬਹੁਤ ਹੀ ਭਾਵਪੂਰਤ ਢੰਗ ਵਿੱਚ ਬਿਆਨ ਕਰਦੀ ਹੈ। ਉਹ ਆਪਣੇ ਪਤੀ ਰਾਜੇ ਸਲਵਾਨ ਦੇ ਪ੍ਰਤੀ ਗਿਲਾ ਜ਼ਾਹਰ ਕਰਦੀ ਹੈ ਕਿ ਹੇ ਗੁਲੀਏ, ਜੇ ਮੇਰੀ ਕੁੱਖ ਹਰੀ ਨਾ ਹੁੰਦੀ, ਭਾਵ ਮੈਂ ਔਲਾਦ ਨੂੰ ਜਨਮ ਦੇਣ ਤੋਂ ਅਸਮਰੱਥ ਹੁੰਦੀ, ਤੇ ਇਸ ਸਥਿਤੀ ਵਿੱਚ ਜੇਕਰ ਮੈਂ ਪੂਰਨ ਰੂਪੀ ਪੁੱਤਰ ਨੂੰ ਜਨਮ ਦੇ ਕੇ ਰਾਜੇ ਸਲਵਾਨ ਦੀ ਆਪਣਾ ਵਾਰਿਸ, ਵੰਸ਼ ਦਾ ਵਾਰਿਸ ਜਾਂ ਔਲਾਦ ਦੀ ਇੱਛਾ ਪੂਰੀ ਨਾ ਕੀਤੀ ਹੁੰਦੀ, ਤੇ ਜੇ ਫੇਰ ਉਹ ਦੂਜਾ ਵਿਆਹ ਕਰਵਾ ਕੇ ਉਸ ਦੀ ਸੌਂਕਣ ਲੂਣਾ ਨੂੰ ਉਸ ਦੇ ਸਿਰ ਤੇ ਲਿਆ ਕੇ ਬਿਠਾ ਦਿੰਦਾ ਤਾਂ ਉਸ ਦੇ ਮਨ ਵਿੱਚ ਰਾਜੇ ਸਲਵਾਨ ਦੇ ਪ੍ਰਤੀ ਰਤਾ ਵੀ ਹਿਰਖ ਜਾਂ ਗਿਲਾ ਨਹੀਂ ਹੋਣਾ ਸੀ। ਉਹਦੇ ਵਿਹੜੇ ਮੇ ਚਾਨਣਾ ਰੋੜਿਆ ਨਹੀਂ। ਹੁਣ ਸਟੂਡੈਂਟਸ, ਇੱਥੇ ਚਾਨਣਾ ਜੋ ਹੈ ਇੱਕ ਪ੍ਰਤੀਕ ਦੇ ਰੂਪ ਵਿੱਚ ਪੁੱਤਰ ਦੇ ਲਈ ਵਰਤਿਆ ਗਿਆ ਹੈ। ਚਾਨਣਾ ਜਾਂ ਚੰਨ ਸ਼ਬਦ ਪੁੱਤਰ ਜੋ ਕਿ ਉਹਨਾਂ ਦਾ ਪੂਰਨ ਪੁੱਤਰ ਹੈ ਉਸ ਦੇ ਲਈ ਵਰਤਿਆ ਗਿਆ ਹੈ। ਉਹਦੇ ਵਿਹੜੇ ਮੇ ਚਾਨਣਾ ਰੋੜਿਆ ਨਹੀਂ, ਚੰਨ ਹੁੰਦਿਆਂ ਚੱਠ ਵਿਆਹ ਆਂਦੀ, ਮੇਰੀ ਪੀੜ ਦਾ ਮੁੱਲ ਨਾ ਮੋੜਿਆ ਨਹੀਂ। ਹੁਣ ਇਹਨਾਂ ਸ਼ਬਦਾਂ ਵਿੱਚ ਰਾਣੀ ਇੱਛਰਾਂ ਫਿਰ ਆਪਣਾ ਦੁੱਖ ਹੀ ਬਿਆਨ ਕਰਦੀ ਹੈ ਕਿ ਮੈਂ ਪੁੱਤਰ ਰੂਪੀ ਚੰਨ ਭਾਵ ਪੂਰਨ ਨੂੰ ਜਨਮ ਦੇ ਕੇ ਆਪਣੇ ਪਤੀ ਰਾਜੇ ਸਲਵਾਨ ਦੇ ਵਿਹੜੇ ਵਿੱਚ ਅਜਿਹਾ ਚੰਨ ਚੜਾਇਆ ਹੈ ਕਿ ਜਿਸ ਨੇ ਉਸ ਦੇ ਵਿਹੜੇ ਨੂੰ ਰੁਸ਼ਨਾ ਦਿੱਤਾ ਹੈ, ਭਾਵ ਉਸ ਦੇ ਰਾਜ ਭਾਗ ਨੂੰ ਰੁਸ਼ਨਾਇਆ ਹੈ। ਪਰ ਪੁੱਤਰ ਰੂਪੀ ਚੰਨ ਦੇ ਹੋਣ ਦੇ ਬਾਵਜੂਦ ਵੀ ਰਾਜੇ ਸਲਵਾਨ ਨੇ ਲੂਣਾ ਵਰਗੀ ਚੱਠ ਨਾਲ ਦੂਜਾ ਵਿਆਹ ਕਰਵਾ ਕੇ ਇੱਛਰਾਂ ਦੀ ਬੇਕਦਰੀ ਕੀਤੀ ਹੈ ਤੇ ਇੱਛਰਾਂ ਨੇ ਪੂਰਨ ਵਰਗੇ ਪੁੱਤ ਦੇ ਜਣੇਪੇ ਸਮੇਂ ਜੋ ਪੀੜਾਂ ਸਹੀਆਂ ਸਨ, ਰਾਜੇ ਸਲਵਾਨ ਨੇ ਉਹਨਾਂ ਪੀੜਾਂ ਦੀ ਰਤਾ ਕਦਰ ਨਹੀਂ ਜਾਣੀ, ਉਸਨੇ ਉਹਨਾਂ ਪੀੜਾਂ ਦਾ ਮੁੱਲ ਨਹੀਂ ਪਾਇਆ, ਬਲਕਿ ਰਾਣੀ ਇੱਛਰਾਂ ਜੋ ਕਿ ਉਸਦੇ ਪੁੱਤਰ ਦੀ ਮਾਂ ਹੈ ਉਸ ਦੇ ਹੁੰਦਿਆਂ ਦੂਜਾ ਵਿਆਹ ਕਰਵਾ ਕੇ ਉਸ ਨੂੰ ਪੈਰ ਦੀ ਜੁੱਤੀ ਸਾਬਤ ਕੀਤਾ ਹੈ, ਉਸ ਦੀ ਬੇਕਦਰੀ ਕੀਤੀ ਹੈ। ਸੋ ਸਟੂਡੈਂਟਸ, ਇਸ ਤਰ੍ਹਾਂ ਅਸੀਂ ਸੰਕੇਤ ਤੱਕ ਕਵਿਤਾ ਦੀ ਵਿਆਖਿਆ ਕੀਤੀ ਹੈ। ਤੁਸੀਂ ਇਹਨਾਂ ਸਤਰਾਂ ਦੇ ਅਰਥਾਂ ਨੂੰ ਸਮਝਦੇ ਹੋਏ, ਇਹਨਾਂ ਸਤਰਾਂ ਦੀ ਵਿਆਖਿਆ ਨੂੰ ਸਮਝਦੇ ਹੋਏ ਇੱਥੋਂ ਤੱਕ ਸਾਰਾ ਰਿਟਨ ਕੰਮ ਆਪਣੀਆਂ ਕਾਪੀਆਂ ਦੇ ਉੱਪਰ ਨੀਟ ਐਂਡ ਕਲੀਨ ਤਰੀਕੇ ਦੇ ਨਾਲ ਕੰਪਲੀਟ ਕਰਨਾ ਹੈ। ਕਵਿਤਾ ਦੇ ਅਗਲੇ ਭਾਗ ਦੇ ਉੱਪਰ ਡਿਸਕਸ਼ਨ ਅਸੀਂ ਅਗਲੀ ਵੀਡੀਓ ਵਿੱਚ ਕਰਾਂਗੇ। ਤਦ ਤੱਕ ਧੰਨਵਾਦ।